ਸਤਿ ਸ਼੍ਰੀ ਅਕਾਲ ਦੋਸਤੋ, ਓਮ ਸ਼ਾਂਤੀ। ਅੱਜ ਇਸ ਪ੍ਰੋਗਰਾਮ ਨਵੀਂ ਕਿਰਨ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਜਿੱਦਾਂ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਜਾਣਿਆ ਕਿ ਆਤਮਾ ਅਲੱਗ ਹੈ ਔਰ ਸਰੀਰ ਅਲੱਗ ਹੈ। ਅੱਜ ਫਿਰ ਤੋਂ ਇਸ ਦੇ ਬਾਰੇ ਚਰਚਾ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਬੀਕੇ ਰਾਜਿੰਦਰ ਭੈਣ। ਸਤਿ ਸ਼੍ਰੀ ਅਕਾਲ ਦੀਦੀ, ਓਮ ਸ਼ਾਂਤੀ। ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਅਸੀਂ ਤੁਹਾਡੇ ਤੋਂ ਜਾਣਿਆ ਕਿ ਆਤਮਾ ਔਰ ਸਰੀਰ ਅਲੱਗ-ਅਲੱਗ ਨੇ ਜੀ। ਤਾਂ ਸਰੀਰ ਦਾ ਤਾਂ ਜਿੱਦਾਂ ਇੱਥੇ ਹੀ ਤੁਸੀਂ ਤੁਹਾਡੇ ਕਹਿੰਦੇ ਮੁਤਾਬਿਕ ਇੱਕ ਤੱਤਵਾਂ ਤੋਂ ਹੀ ਜਨਮ ਹੋਇਆ ਹੈ। ਤਾਂ ਇਸ ਆਤਮਾ ਦਾ ਜਨਮ ਕਿੱਥੋਂ ਹੋਇਆ? ਆਤਮਾ ਦਾ ਜਨਮ ਨਹੀਂ ਹੁੰਦਾ, ਆਤਮਾ ਅਵਿਨਾਸ਼ੀ ਹੈ ਜੀ। ਆਤਮਾ, ਪਰਮਾਤਮਾ ਤੇ ਸ੍ਰਿਸ਼ਟੀ ਚੱਕਰ, ਇਹ ਤਿੰਨੋਂ ਅਨਾਦਿ ਔਰ ਅਵਿਨਾਸ਼ੀ ਹੈ ਜੀ। ਇਹ ਆਈ ਕਿੱਥੋਂ ਫਿਰ? ਆਤਮਾ ਦਾ ਜੋ ਅਸਲੀ ਘਰ ਹੈ ਉਹ ਪਰਮ ਪਿਤਾ ਪਰਮਾਤਮਾ ਦਾ ਜੋ ਘਰ ਹੈ, ਪਰਮਾਤਮਾ ਦਾ ਘਰ ਹੀ ਆਤਮਾ ਦਾ ਘਰ ਹੈ। ਦੇਖੋ, ਜਿਵੇਂ ਬਾਪ ਦਾ ਘਰ ਹੁੰਦਾ ਉਹੀ ਬੱਚਿਆਂ ਦਾ ਘਰ ਹੁੰਦਾ ਹੈ। ਅਸੀਂ ਉਂਝ ਵੀ ਕਹਿੰਦੇ ਹਾਂ, ਸੁਣਿਆ ਹੈ, ਅਸੀਂ ਸੁਣਦੇ ਆਏ ਹਾਂ ਕਿ ਇਹ ਚਿੜੀਆ ਰਹਿਣ ਬਸੇਰਾ, ਨਾ ਕਰ ਤੇਰਾ ਨਾ ਕਰ ਮੇਰਾ, ਇਹ ਦੁਨੀਆ ਮੁਸਾਫਰ ਖਾਨਾ, ਅੱਜ ਨਹੀਂ ਤੋਂ ਕੱਲ ਜਾਣਾ। ਇਸ ਬਾਰੇ ਇੱਕ ਹੋਰ ਬਹੁਤ ਸੁੰਦਰ ਕਿਸੇ ਸ਼ਾਇਰ ਨੇ ਇਹ ਗੱਲ ਕਹੀ ਹੈ ਕਿ ਇਹ ਦੁਨੀਆ ਵਾਂਗ, ਇਹ ਦੁਨੀਆ ਇੱਕ ਸਰਾਂ ਦੀ ਤਰ੍ਹਾਂ ਹੈ। ਇਹ ਦੁਨੀਆ ਵਾਂਗ ਸਰਾਂ ਦੇ, ਇੱਥੇ ਕੋਈ ਆਂਦਾ ਕੋਈ ਤੁਰ ਜਾਂਦਾ ਜੀ ਜੀ। ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ, ਕੋਈ ਕੰਢੀਆਂ ਨਾਲ ਨਿਭਾ ਜਾਂਦਾ। ਹਾਂਜੀ, ਬਿਲਕੁਲ ਸਹੀ ਕਿਹਾ ਤੁਸੀਂ। ਹਾਂ, ਮਨਾ ਇਹ ਇਸ ਤੋਂ ਸਪਸ਼ਟ ਹੈ ਕਿ ਜੋ ਸ੍ਰਿਸ਼ਟੀ ਹੈ ਇੱਕ ਰੰਗਮੰਚ ਹੈ, ਇੱਕ ਮੁਸਾਫਰਖਾਨਾ। ਇਸ ਮੁਸਾਫਰਖਾਨੇ ਦੇ ਵਿੱਚ ਆਤਮਾ ਆਈ ਹੈ। ਉਸ ਦਾ ਜੋ ਅਸਲੀ ਘਰ ਹੈ ਸੂਰਜ ਚੰਨ ਤਾਰਿਆਂ ਤੋਂ ਵੀ ਪਾਰ ਪਰਲੋਕ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਪਰਮਾਤਮਾ ਦਾ ਘਰ। ਪਰਮਾਤਮਾ ਦਾ ਜੋ ਘਰ ਹੈ ਉਹ ਆਤਮਾ ਦਾ ਵੀ ਘਰ ਹੈ। ਅਸੀਂ ਜਦੋਂ ਵੀ ਪਰਮਾਤਮਾ ਨੂੰ ਯਾਦ ਕਰਦੇ ਹਾਂ ਤਾਂ ਉੱਪਰ ਯਾਦ ਕਰਦੇ ਹਾਂ, ਬਿਲਕੁਲ ਉੱਪਰ ਦੀ ਤਰਫ, ਸਾਡੀ ਨਜ਼ਰਾਂ ਉੱਪਰ ਜਾਂਦੀਆਂ। ਵੈਸੇ ਵੀ ਕੋਈ ਅਭੇਜੀ ਗੱਲ ਹੁੰਦੀ ਹੈ ਜਿਸ ਬਾਰੇ ਅਸੀਂ ਨਹੀਂ ਜਾਣਦੇ ਤਾਂ ਅਸੀਂ ਉਂਝ ਵੀ ਕਹਿ ਦਿੰਦੇ ਆ ਵੀ ਮੈਨੂੰ ਤਾਂ ਪਤਾ ਨਹੀਂ, ਰੱਬ ਜਾਣੇ, ਉੱਪਰ ਵਾਲਾ ਜਾਣੇ, ਉੱਪਰ ਵਾਲਾ ਜਾਣੇ ਜੀ। ਕਦੇ ਅਸੀਂ ਇਹ ਨਹੀਂ ਕਹਿੰਦੇ ਪਤਾਲ ਵਾਲਾ ਜਾਣੇ। ਸਪਸ਼ਟ ਹੈ ਪਰਮਾਤਮਾ ਉੱਪਰ ਹੈ। ਜਦੋਂ ਵੀ ਅਸੀਂ ਦੁਆ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ ਤਾਂ ਸਾਡੀ ਨਜ਼ਰ ਉੱਪਰ ਜਾਂਦੀ ਹੈ। ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਸਾਨੂੰ ਦੱਸਿਆ ਕਿ ਆਤਮਾ ਸਰੀਰ ਤੋਂ ਅਲੱਗ ਹੈ ਔਰ ਇਸ ਦੇ ਅੰਦਰ ਆਪਣੇ ਗੁਣ ਔਰ ਸ਼ਕਤੀਆਂ ਹੁੰਦੀਆਂ ਨੇ ਜੀ। ਤਾਂ ਇਸ ਦੇ ਬਾਰੇ ਅਸੀਂ ਅੱਜ ਕੁਝ ਹੋਰ ਡਿਟੇਲ ਦੇ ਵਿੱਚ ਜਾਣਨਾ ਚਾਹਾਂਗੇ। ਜਿੱਦਾਂ ਇਹ ਤਾਂ ਬੜਾ ਸੁਭਾਵਿਕ ਹੈ ਕਿਸੇ ਨੂੰ ਦੇਖ ਕੇ ਸੋਚ ਲੈਣਾ ਕਿ ਇਹ ਤਾਂ ਪੁਰਸ਼ ਹੈ ਜਾਂ ਇਹ ਇਸਤਰੀ ਹੈ। ਉਸ ਟਾਈਮ ਤੇ ਆਤਮਾ ਦਾ ਤਾਂ ਸਾਡੇ ਮਾਈਂਡ ਦੇ ਵਿੱਚ ਦੂਰ ਤੱਕ ਖਿਆਲ ਵੀ ਨਹੀਂ ਆਉਂਦਾ। ਹਾਂਜੀ, ਤੁਸੀਂ ਠੀਕ ਕਹਿ ਰਹੇ ਹੋ, ਕਿਉਂਕਿ ਅੱਜ ਤੱਕ ਸਾਨੂੰ ਇਹ ਗਿਆਨ ਹੀ ਨਹੀਂ ਸੀ। ਜਦੋਂ ਤੋਂ ਅਸੀਂ ਪੈਦਾ ਹੋਏ, ਜਦੋਂ ਅਸੀਂ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਸਾਨੂੰ ਇਹੀ ਪਾਠ ਪੜਾਇਆ ਗਿਆ ਕਿ ਤੁਸੀਂ ਲੜਕੀ ਹੋ ਜਾਂ ਲੜਕਾ ਹੋ। ਅਸੀਂ ਵੀ ਸਵੀਕਾਰ ਕਰ ਲਿਆ ਕਿ ਮੈਂ ਲੜਕੀ ਹਾਂ ਜਾਂ ਲੜਕਾ ਹਾਂ। ਇਸ ਕਰਕੇ ਸਾਨੂੰ ਇੱਕ ਸੁਭਾਵਿਕ ਜਿਹਾ ਮਹਿਸੂਸ ਹੋਣ ਲੱਗ ਗਿਆ, ਸੁਭਾਵਿਕ ਲੱਗਣ ਲੱਗ ਗਿਆ ਕਿ ਮੈਂ ਇੱਕ ਨਰ ਜਾਂ ਨਾਰੀ ਹਾਂ। ਲੇਕਿਨ ਜਦੋਂ ਤੱਕ, ਕਿਉਂਕਿ ਕਿਸੇ ਨੂੰ ਗਿਆਨ ਨਹੀਂ ਸੀ, ਇਹ ਗਿਆਨ ਪਰਮ ਪਿਤਾ ਪਰਮਾਤਮਾ ਹੀ ਆਕਰ ਸਾਨੂੰ ਦੱਸਦੇ ਆ ਕਿ ਬੱਚੇ ਤੁਸੀਂ ਸਰੀਰ ਨਹੀਂ ਹੋ, ਤੁਸੀਂ ਇੱਕ ਆਤਮਾ ਹੋ। ਜਦ ਹੁਣ ਸਾਨੂੰ ਇਹ ਗਿਆਨ ਹੋ ਗਿਆ ਕਿ ਅਸੀਂ ਇੱਕ ਆਤਮਾ ਹਾਂ, ਫਿਰ ਸਾਨੂੰ ਇਸ ਤੇ ਇੱਕ ਪ੍ਰੈਕਟਿਸ ਕਰਨ ਦੀ ਜ਼ਰੂਰਤ ਹੈ। ਜੋ ਅਸੀਂ ਆਪਣੇ ਆਪ ਨੂੰ ਇਹ ਅਭਿਆਸ ਕਰਾਵਾਂਗੇ ਕਿ ਮੈਂ ਸ਼ਰੀਰ ਮੇਰਾ ਲੜਕੀ ਜਾਂ ਲੜਕਾ, ਨਰ ਜਾਂ ਨਾਰੀ ਹੋ ਸਕਦਾ ਹੈ, ਅਸਲ ਦੇ ਵਿੱਚ ਇੱਕ ਮੈਂ ਆਤਮਾ ਹਾਂ। ਜਦ ਅਸੀਂ ਰੋਜ਼ ਆਪਣੇ ਆਪ ਨੂੰ ਇਹ ਪਾਠ ਪੜਾਵਾਂਗੇ ਕਿ ਮੈਂ ਇੱਕ ਆਤਮਾ ਹਾਂ, ਸਰੀਰ ਨਹੀਂ ਹਾਂ, ਸਰੀਰ ਮੇਰਾ ਅਲੱਗ ਹੈ, ਹੌਲੀ ਹੌਲੀ ਅਸੀਂ ਇਹ ਪਾਠ ਵੀ ਜਦੋਂ ਪੜ੍ਹ ਲਾਂਗੇ, ਜਦੋਂ ਸਾਨੂੰ ਇਹ ਪਾਠ ਵੀ ਪੱਕਾ ਹੋ ਜਾਏਗਾ ਤਾਂ ਵੀ ਇੱਕ ਸੁਭਾਵਿਕ ਜਿਹਾ ਹੀ ਬਣ ਜਾਏਗਾ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਾਨੂੰ ਡੇਲੀ ਕੁਝ ਟਾਈਮ ਆਪਣੇ ਆਪ ਨੂੰ ਦੇ ਕੇ ਇਹ ਸੋਚਣਾ ਚਾਹੀਦਾ ਹੈ ਕਿ ਮੈਂ ਇੱਕ ਆਤਮਾ ਹਾਂ ਜੀ ਜੀ, ਤਾਂ ਇਹ ਸਾਡਾ ਨੈਚੁਰਲ ਬਣੇਗਾ ਜੀ ਜੀ। ਹੋਰ ਇਸ ਦੇ ਲਈ ਕੀ ਕਰ ਸਕਦੇ ਹਾਂ ਆਪਾਂ? ਆਪਣੇ ਆਪ ਨੂੰ ਇਹ ਪਾਠ ਪੜ੍ਹਾਉਣ ਲਈ ਕਿ ਮੈਂ ਆਤਮਾ ਹਾਂ, ਸਾਨੂੰ ਗਿਆਨ ਜ਼ਰੂਰ ਸੁਣਨਾ ਚਾਹੀਦਾ ਹੈ, ਅਧਿਆਤਮਿਕ ਗਿਆਨ, ਤੇ ਸਾਨੂੰ ਇਸ ਦੇ ਨਾਲ ਇੱਕ ਰਾਜਯੋਗ ਦੀ ਵਿਧੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਰਾਜਯੋਗ ਕਿੱਦਾਂ ਦੀਦੀ, ਕਿਸ ਤਰ੍ਹਾਂ? ਰਾਜਯੋਗ ਤੋਂ ਭਾਵ ਹੈ ਕਿ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਜੁੜਨਾ, ਫਿਰ ਪਰਮਾਤਮਾ ਨਾਲ ਜੁੜਨਾ। ਰਾਜਯੋਗ ਜੋ ਹੈ ਇਹ ਸਾਨੂੰ ਆਪਣੇ ਆਪ ਦੀ ਪਛਾਣ ਕਰਾ ਕੇ ਪਰਮਾਤਮਾ ਨਾਲ ਜੋੜਨ ਦਾ ਇੱਕ ਮਾਧਿਅਮ ਹੈ, ਜਿਸ ਨੂੰ ਅਸੀਂ ਕਹਿੰਦੇ ਇੱਕ ਪੁਲ ਦਾ ਕੰਮ ਕਰਦਾ ਹੈ। ਰਾਜਯੋਗ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਸ੍ਰੇਸ਼ਟ ਚਿੰਤਨ ਇਹੀ ਦਿੰਦੇ ਹਾਂ ਕਿ ਮੈਂ ਇੱਕ ਦੇਹ ਤੋਂ ਨਿਆਰੀ ਆਤਮਾ ਹਾਂ, ਸਰੀਰ ਮੇਰਾ ਵਸਤਰ ਹੈ। ਮੈਂ ਆਤਮਾ ਇਸ ਸਰੀਰ ਨੂੰ ਚਲਾਉਣ ਵਾਲੀ ਇੱਕ ਚੇਤਨ ਅਜਰ ਅਮਰ, ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਇੱਕ ਰੂਹਾਨੀ ਜੋਤ ਹਾਂ ਜੀ ਜੀ। ਆਪਣੇ ਆਪ ਨੂੰ ਜਦ ਅਸੀਂ ਰੋਜ਼ ਇਹ ਅਭਿਆਸ ਦੇਵਾਂਗੇ, ਰਾਜਯੋਗ ਦਾ ਅਭਿਆਸ ਕਰਾਂਗੇ, ਸ੍ਰੇਸ਼ਟ ਚਿੰਤਨ ਦੇਵਾਂਗੇ, ਤਾਂ ਅਸੀਂ ਆਪਣੇ ਆਪ ਨੂੰ ਇਹ ਪਾਠ ਸਹਿਜ ਪੜ੍ਹਾ ਸਕਾਂਗੇ ਜੀ।
ਰਾਜਯੋਗ ਪਰਮਾਤਮਾ ਨੂੰ ਮਿਲਣ ਦਾ ਇੱਕ, ਯਾਦ ਕਰਨ ਦਾ ਇੱਕ ਤਰੀਕਾ ਹੈ। ਇਸ ਦੇ ਨਾਲ ਸਾਨੂੰ ਕੀ ਫਾਇਦੇ ਹੁੰਦੇ ਹਨ ਦੀਦੀ? ਰਾਜਯੋਗ ਨਾਲ ਤਾਂ ਬਹੁਤ ਫਾਇਦੇ ਹੁੰਦੇ ਆ। ਰਾਜਯੋਗ ਦਾ ਮਤਲਬ ਹੀ ਹੈ ਇੱਕ ਐਸੀ ਸ੍ਰੇਸ਼ਟ ਵਿਧੀ ਜੋ ਸਾਡੇ ਅੰਤਰ ਮਨ ਵਿੱਚ ਛਿਪੀ ਹੋਈ ਸ਼ਕਤੀਆਂ ਨੂੰ ਬਾਹਰ ਲੈ ਕੇ ਆਉਂਦੀ ਹੈ। ਰਾਜਯੋਗ ਰਾਹੀਂ ਸਾਡੀ ਇਕਾਗਰਤਾ ਵੱਧਦੀ ਹੈ, ਸਾਡੇ ਕਰਮਾਂ ਦੇ ਵਿੱਚ ਕੁਸ਼ਲਤਾ ਆਉਂਦੀ ਹੈ, ਸਾਡਾ ਵਿਵਹਾਰ ਸ਼ੁੱਧ ਬਣਦਾ ਜਾਂਦਾ ਹੈ, ਮਤਲਬ ਸਾਡੇ ਪੂਰੇ ਜੀਵਨ ਦੀ ਦਿਸ਼ਾ ਬਦਲ ਜਾਂਦੀ ਹੈ, ਦਸ਼ਾ ਵੀ ਬਦਲ ਜਾਂਦੀ ਹੈ ਤੇ ਦਿਸ਼ਾ ਵੀ ਬਦਲ ਜਾਂਦੀ ਹੈ। ਕਦੀ ਦੀਦੀ ਅਸੀਂ ਸੋਚਦੇ ਹਾਂ ਕਿ ਅਸੀਂ ਬਹੁਤ ਚੰਗਾ ਸੋਚ ਰਹੇ ਹਾਂ, ਲੇਕਿਨ ਉਸ ਦਾ ਰਿਜ਼ਲਟ ਕੁਝ ਹੋਰ ਹੀ ਨਿਕਲ ਜਾਂਦਾ ਹੈ। ਮਤਲਬ ਅਸੀਂ ਆਪਣੀ ਬੁੱਧੀ ਤੋਂ, ਆਪਣੀ ਤਰਫ ਤੋਂ ਚੰਗਾ ਕੰਮ ਲੈ ਰਹੇ ਹਾਂ, ਲੇਕਿਨ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਨਹੀਂ, ਅਸੀਂ ਗਲਤ ਸੀ। ਅਸਲ ਦੇ ਵਿੱਚ ਅਸੀਂ ਜੋ ਸੋਚਦੇ ਹਾਂ ਉਹ ਕਰਦੇ ਨਹੀਂ ਜੀ। ਇਹ ਇੱਕ ਉੱਪਰਲੀ ਤੈਅ ਕਹਿ ਸਕਦੇ ਹਾਂ ਕਿ ਅਸੀਂ ਸੋਚ ਰਹੇ ਹਾਂ, ਲੇਕਿਨ ਅਸੀਂ ਅੰਦਰੋਂ ਗਹਿਰਾਈਆਂ ਨਾਲ ਕੀ ਸੋਚ ਰਹੇ ਹਾਂ ਜੀ, ਕੀ ਅਸੀਂ ਕਰ ਰਹੇ ਹਾਂ, ਉਹਨਾਂ ਦੇ ਵਿੱਚ ਸਾਡੇ ਫਰਕ ਹੈ ਕਿਤੇ ਨਾ ਕਿਤੇ। ਜਿਸ ਨੂੰ ਅਸੀਂ ਉਂਝ ਵੀ ਕਹਿ ਸਕਦੇ ਹਾਂ ਕਿ ਕਥਨੀ ਤੇ ਕਰਨੀ 'ਚ ਫਰਕ ਹੈ। ਇਹਦਾ ਮਤਲਬ ਜ਼ਰੂਰ ਸਾਡੇ ਮਨ ਦੇ ਵਿੱਚ ਕੋਈ ਸੰਕਲਪ ਵਿਕਲਪ ਜੋ ਵੀ ਚੱਲ ਰਹੇ, ਉਹਨਾਂ ਦੇ ਵਿੱਚ ਯੁੱਧ ਚੱਲ ਰਿਹਾ। ਅਸੀਂ ਜੇ ਸੋਚਦੇ ਕੁਝ ਹੋਰ ਹਾਂ, ਕਰਦੇ ਕੁਝ ਹੋਰ ਹਾਂ, ਤਾਂ ਸਪਸ਼ਟ ਹੈ ਕਿ ਸਾਡੇ ਅੰਦਰ ਵਿਲ ਪਾਵਰ ਨਹੀਂ, ਇੱਕ ਸ਼ਕਤੀ ਨਹੀਂ, ਅਧਿਆਤਮਿਕ ਸ਼ਕਤੀ ਨਹੀਂ ਹੈ। ਅਧਿਆਤਮਿਕ ਸ਼ਕਤੀ ਰਾਜਯੋਗ ਰਾਹੀਂ ਹੀ ਸਾਡੀ ਜਾਗਰਤ ਹੁੰਦੀ ਹੈ। ਇਸੇ ਲਈ ਅਸੀਂ ਰਾਜਯੋਗ ਨੂੰ ਕਰਨ ਦੀ ਸਲਾਹ ਦਿੰਦੇ ਹਾਂ ਕਿ ਰਾਜਯੋਗ ਦਾ ਅਭਿਆਸ ਕਰਨ ਨਾਲ ਸਾਡੇ ਅੰਦਰ ਇੱਕ ਸ਼ਕਤੀ ਪੈਦਾ ਹੁੰਦੀ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਮਨੋਬਲ ਵੱਧਦਾ ਹੈ। ਜੇਕਰ ਸਾਡਾ ਮਨੋਬਲ ਵਧਿਆ ਹੋਏਗਾ ਤਾਂ ਜ਼ਰੂਰ ਹੈ ਕਿ ਅਸੀਂ ਜੋ ਸੋਚਾਂਗੇ ਉਹੀ ਕਰਾਂਗੇ ਜੀ। ਤਾਂ ਇੱਥੇ ਮਨੋਬਲ ਤੇ ਤੁਹਾਡਾ ਮਤਲਬ ਆਤਮ ਵਿਸ਼ਵਾਸ। ਜੀ ਆਤਮ ਸ਼ਕਤੀ, ਆਤਮ ਵਿਸ਼ਵਾਸ, ਇੱਕ ਕਰਮ ਕਰਨ ਦੀ ਦ੍ਰਿੜ ਇੱਛਾ। ਕਦੀ ਅਸੀਂ ਅੱਗੇ ਵਧਣ ਲੱਗਦੇ ਹਾਂ, ਲੇਕਿਨ ਜਿੱਦਾਂ ਸਾਡੇ ਸਾਹਮਣੇ ਦੋ ਰਸਤੇ ਖੁੱਲੇ ਹਨ ਜੀ, ਪਰ ਅਸੀਂ ਨਿਰਣਾ ਨਹੀਂ ਕਰ ਸਕਦੇ ਕਿ ਕਿਹੜਾ ਰਸਤਾ ਸਾਡੇ ਲਈ ਚੰਗਾ ਹੈ। ਸਾਨੂੰ ਕਾਫੀ ਟਾਈਮ ਸੋਚਣ ਦੇ ਵਿੱਚ ਲਗਾਉਣਾ ਪੈਂਦਾ ਹੈ ਕਿ ਇੱਧਰ ਜਾਈਏ ਜਾਂ ਉੱਧਰ ਜਾਈਏ, ਔਰ ਉਸ ਤੋਂ ਬਾਅਦ ਵੀ ਕਨਫਰਮ ਨਹੀਂ ਕਿ ਉੱਧਰ ਸਕਸੈਸ ਮਿਲੇਗੀ ਹੀ। ਤਾਂ ਕੀ ਐਸੇ ਟਾਈਮ ਤੇ ਵੀ ਰਾਜਯੋਗ ਕੰਮ ਕਰਦਾ ਹੈ? ਜੀ ਕਿਉਂਕਿ ਅਸਲ ਦੇ ਵਿੱਚ ਜਦੋਂ ਅਸੀਂ ਦੁਵਿਧਾ ਵਿੱਚ ਹੁੰਦੇ ਹਾਂ, ਸਾਡਾ ਵਿਜ਼ਨ ਕਲੀਅਰ ਨਹੀਂ ਹੁੰਦਾ, ਤਾਂ ਸਾਡੇ ਮਨ 'ਚ ਜੋ ਚੰਗੇ ਜਾਂ ਬੁਰੇ ਵਿਚਾਰ ਚੱਲਦੇ ਆ ਉਹਨਾਂ ਦੀ ਯੁੱਧ ਚੱਲਦੀ, ਅਸੀਂ ਨਿਰਣਾ ਨਹੀਂ ਲੈ ਸਕਦੇ, ਕਾਰਨ ਸਾਡੀ ਬੁੱਧੀ ਕਲੀਅਰ ਨਹੀਂ ਹੈ। ਸਾਡੀ ਜਿਹੜੀ ਬੁੱਧੀ 'ਚ ਕਲੀਅਰ ਹੋਏਗੀ ਤਾਂ ਅਸੀਂ ਸਪਸ਼ਟ ਨਿਰਣਾ ਲੈ ਸਕਦੇ ਹਾਂ, ਫੈਸਲਾ ਕਰ ਸਕਦੇ ਹਾਂ। ਤਾਂ ਇਸ ਲਈ ਜੋ ਰਾਜਯੋਗ ਹੈ ਇਹ ਸਭ ਤੋਂ ਪਹਿਲਾਂ ਸਾਡੀ ਬੁੱਧੀ ਨੂੰ ਸਪਸ਼ਟ ਕਰਦਾ ਹੈ, ਕਲੀਅਰ ਕਰਦਾ ਹੈ। ਜੋ ਸਵੱਛ ਬੁੱਧੀ ਹੈ ਉਹ ਚੰਗੇ ਨਿਰਣੇ ਲੈ ਸਕਦੀ ਹੈ, ਠੀਕ ਨਿਰਣੇ ਲੈ ਸਕਦੀ ਹੈ, ਔਰ ਸਾਨੂੰ ਆਪਣੇ ਜੋ ਵੀ ਅਸੀਂ ਸੋਚਦੇ ਹਾਂ, ਕਰਦੇ, ਉਹ ਕਰ ਵੀ ਸਕਾਂਗੇ। ਇਸ ਦੇ ਵਿੱਚ ਜੋ ਬੁੱਧੀ ਹੈ ਉਹਦਾ ਸਵੱਛ ਹੋਣਾ, ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ। ਤਾਂ ਦੀਦੀ ਬੁੱਧੀ ਨੂੰ ਕਿੱਦਾਂ ਸਵੱਛ ਰੱਖਿਆ ਜਾ ਸਕਦਾ ਹੈ? ਬੁੱਧੀ ਨੂੰ ਸਵੱਛ ਰੱਖਣ ਲਈ ਸਭ ਤੋਂ ਪਹਿਲਾਂ ਅਸੀਂ ਸ੍ਰੇਸ਼ਟ ਚਿੰਤਨ ਕਰਨਾ। ਮਨ ਜਦ ਸਾਡਾ ਸ੍ਰੇਸ਼ਟ ਚਿੰਤਨ ਕਰੇਗਾ, ਚੰਗੇ ਸੋਚ ਵਿਚਾਰ, ਚੰਗੀ ਸੋਚ ਰੱਖਣੀ ਚਾਹੀਦੀ ਹੈ। ਕਿਉਂਕਿ ਜੋ ਬੁੱਧੀ ਹੈ ਉਹ ਜੇ ਅਸੀਂ ਚੰਗਾ ਸੋਚਾਂਗੇ ਤਾਂ ਉਹ ਚੰਗਾ ਠੀਕ ਨਿਰਣਾ ਲਏਗੀ। ਕਦੇ ਸਾਡੇ ਮਨ 'ਚ ਜੋ ਵਿਚਾਰ ਚੱਲਦੇ ਹੈ ਉਹ ਇੱਕ ਪ੍ਰਕਾਰ ਤੋਂ ਗਲਤ ਵਿਚਾਰ ਚੱਲਦੇ ਹੈ। ਜੇਕਰ ਸਾਡੀ ਬੁੱਧੀ ਕਮਜ਼ੋਰ ਹੈ ਤਾਂ ਬੁੱਧੀ ਸਾਡੀ ਮਨ ਦੇ ਵਿਚਾਰਾਂ ਦੇ ਪ੍ਰਭਾਵ ਵਿੱਚ ਆ ਜਾਏਗੀ। ਲੇਕਿਨ ਜੇਕਰ ਬੁੱਧੀ ਸ਼ਕਤੀਸ਼ਾਲੀ ਹੈ ਤਾਂ ਉਹ ਮਨ ਦੇ ਵਿਚਾਰਾਂ ਨੂੰ ਦਬਾ ਦੇਵੇਗੀ ਔਰ ਆਪਣਾ ਉਹ ਨਿਰਣਾ ਦੇਗੀ ਕਿ ਇਹ ਕੰਮ ਠੀਕ ਨਹੀਂ ਹੈ। ਸੋ ਸਾਡੀ ਜਿਹੜੀ ਬੁੱਧੀ ਹੈ ਉਸ ਦਾ ਸ੍ਰੇਸ਼ਟ ਹੋਣਾ ਬਹੁਤ ਜ਼ਰੂਰੀ। ਇਸੇ ਲਈ ਅਸੀਂ ਜਦੋਂ ਪਰਮਾਤਮਾ ਨੂੰ ਯਾਦ ਕਰਦੇ ਹਾਂ, ਦੁਆ ਕਰਦੇ ਹਾਂ, ਤਾਂ ਅਸੀਂ ਇਹ ਜ਼ਰੂਰ ਕਹਿੰਦੇ ਹਾਂ, ਹੇ ਪਰਮਾਤਮਾ, ਹੇ ਵਾਹਿਗੁਰੂ, ਹੇ ਪਰਮਾਤਮਾ ਪਿਤਾ, ਹੇ ਪ੍ਰਭੂ, ਮੈਨੂੰ ਸਦਬੁੱਧੀ ਦੇਣਾ। ਜੀ ਬਿਲਕੁਲ, ਅਸੀਂ ਕਿਤੇ ਮੰਦਿਰ ਗੁਰਦੁਆਰੇ ਵੀ ਜਾਂਦੇ ਹਾਂ ਤਾਂ ਹੱਥ ਜੋੜ ਕੇ ਇਹੀ ਕਹਿੰਦੇ ਹਾਂ, ਸਦਬੁੱਧੀ ਮੰਗਦੇ ਹਾਂ, ਕਿਉਂਕਿ ਜੀਵਨ ਦਾ ਜੋ ਆਧਾਰ ਹੈ ਉਹ ਬੁੱਧੀ ਹੈ। ਜੋ ਵੀ ਅਸੀਂ ਕਰਮ ਕਰਨਾ ਉਸ ਦਾ ਆਧਾਰ ਸਾਡੀ ਬੁੱਧੀ। ਜੇਕਰ ਬੁੱਧੀ ਚੰਗੇ ਨਿਰਣਾ ਲਏਗੀ ਤਾਂ ਸਾਡੇ ਕਰਮ ਚੰਗੇ ਹੋਣਗੇ। ਨਾਰਮਲ ਲਾਈਫ ਵਿੱਚ ਵੀ ਦੀਦੀ ਦੇਖਿਆ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਜੋ ਸ਼ਰਧਾ ਪੂਰਵਕ ਆਪਾਂ ਮੰਦਿਰ ਗੁਰਦੁਆਰੇ ਕਿਤੇ ਵੀ ਜਾਂਦੇ ਹਾਂ ਤਾਂ ਸਵੇਰੇ ਔਰ ਸ਼ਾਮ ਦੇ ਟਾਈਮ ਹੀ ਸਭ ਤੋਂ ਜ਼ਿਆਦਾ ਮੈਕਸਿਮਮ ਸ਼ਰਧਾ ਰਹਿੰਦੀ ਹੈ। ਔਰ ਸਵੇਰੇ ਅਗਰ ਜਾਂਦੇ ਹਾਂ ਮੰਦਿਰ ਗੁਰਦੁਆਰੇ ਤਾਂ ਮੱਥਾ ਟੇਕ ਕੇ ਮੈਕਸਿਮਮ ਲੋਕ ਆਪਾਂ ਦੇਖਦੇ ਹਾਂ ਕੰਮ ਕਰਨ ਤੋਂ ਪਹਿਲਾਂ, ਆਪਣੇ ਆਫਿਸ ਜਾਣ ਤੋਂ ਪਹਿਲਾਂ ਮੰਦਿਰ ਜਾਂ ਗੁਰਦੁਆਰੇ ਜਾ ਕੇ ਮੱਥਾ ਟੇਕਣਗੇ ਕਿ ਅੱਜ ਦਾ ਦਿਨ ਸਾਡਾ ਸ਼ੁਭ ਜਾਏ। ਹਾਂਜੀ, ਵੈਸੇ ਵੀ ਕਿਹਾ ਗਿਆ ਹੈ, ਭਗਤੀ 'ਚ ਭਾਵਨਾ ਕਿਹਾ ਜਾਂਦਾ ਹੈ ਕਿ ਅੰਮ੍ਰਿਤ ਵੇਲੇ ਪਰਮਾਤਮਾ ਭੋਲਾਨਾਥ ਰਾਜੀ ਹੁੰਦਾ ਹੈ, ਉਹ ਵਰਦਾਨ ਲੁਟਾਉਂਦਾ ਹੈ। ਉਂਝ ਵੀ ਕਿਸੇ ਲਈ ਕਿਹਾ ਜਾਂਦਾ ਹੈ ਕਿ
ਜੇ ਕੋਈ ਕਿ ਉਸ ਸਮੇਂ ਜਦੋਂ ਭਗਵਾਨ ਨੇ ਭੰਡਾਰੇ ਵੰਡੇ ਤੁਸੀਂ ਸੁੱਤੇ ਪਏ ਸੀ। ਹਾਂਜੀ ਦੀਦੀ, ਕਿਹਾ ਜਾਂਦਾ ਹੈ ਨਾ, ਬਿਲਕੁਲ ਬਿਲਕੁਲ। ਭਾਵ ਇਹ ਹੈ ਕਿ ਅੰਮ੍ਰਿਤ ਵੇਲੇ ਪਰਮਾਤਮਾ ਆਪਣੇ ਬਿਨਾਂ ਕਿਸੇ ਸ਼ਰਤ ਤੋਂ, ਬਿਨਾਂ ਕਿਸੇ ਭੇਦਭਾਵ ਤੋਂ, ਕਿਹਾ ਜਾਂਦਾ ਹੈ ਕਿ ਵਰਦਾਨ ਲੁਟਾਉਂਦਾ ਹੈ ਜੀ ਅੰਮ੍ਰਿਤ ਵੇਲੇ। ਇਸ ਦਾ ਇਹੀ ਭਾਵ ਹੈ ਕਿ ਅੰਮ੍ਰਿਤ ਵੇਲੇ ਸਾਡੀ ਬੁੱਧੀ ਸਾਤਵਿਕ ਹੁੰਦੀ ਹੈ, ਦਿਨ ਦੇ ਵਿੱਚ ਸਾਡੀ ਬੁੱਧੀ ਉਲਝ ਜਾਂਦੀ ਹੈ। ਜੀ ਦੀਦੀ, ਇਸ ਕਰਕੇ ਅਸੀਂ ਪਰਮਾਤਮਾ ਨੂੰ ਯਾਦ ਤਾਂ ਕਰਦੇ ਹਾਂ, ਲੇਕਿਨ ਅਸੀਂ ਉਹ ਸ਼ਕਤੀ ਨਹੀਂ ਲੈ ਸਕਦੇ। ਜੀ ਦੀਦੀ, ਕਿਉਂਕਿ ਹਰ ਇੱਕ ਸਮੇਂ ਦਾ ਕੋਈ ਵਕਤ, ਹਰ ਇੱਕ ਕੰਮ ਦੀ ਕੋਈ ਸ਼ੁਭ ਘੜੀ ਮੰਨੀ ਜਾਂਦੀ ਹੈ। ਜੀ ਬਿਲਕੁਲ। ਜੇ ਦੁਨੀਆ ਵਿੱਚ ਵੀ ਦੇਖੋ, ਅਸੀਂ ਆਪਣੇ ਘਰਾਂ ਵਿੱਚ ਵੀ ਦੇਖਦੇ ਹਾਂ, ਮੰਨ ਲਓ ਕੋਈ ਮੁਹੂਰਤ ਕਰਨਾ ਤਾਂ ਪੰਡਤ ਜੀ ਤੋਂ ਅਸੀਂ ਇੱਕ ਵਿਸ਼ੇਸ਼ ਸਮਾਂ ਪੁੱਛਦੇ ਹਾਂ ਕਿ ਕਿਸ ਵੇਲੇ ਹਾਂਜੀ, ਕੋਈ ਮੁਹੂਰਤ ਵੀ ਨਵੀਂ ਹੋਏਗਾ। ਚੀਜ਼ ਖਰੀਦਣੀ ਵੀ ਹੈ, ਉਸ ਦਾ ਵੀ समय ਪੁੱਛ ਕੇ ਫਿਰ ਹੀ ਮੁਹੂਰਤ ਨਿਕਲਵਾਇਆ ਜਾਂਦਾ ਹੈ। ਹਾਂਜੀ, ਜੀ। ਤਾਂ ਅੰਮ੍ਰਿਤ ਵੇਲੇ ਦਾ ਜੋ ਸਮਾਂ ਹੈ ਇਹ ਸਾਨੂੰ ਤਰੋਤਾਜ਼ਾ ਕਰ ਦਿੰਦਾ ਹੈ, ਸ਼ਕਤੀਆਂ ਮਿਲਦੀਆਂ ਨੇ ਪਰਮਾਤਮਾ ਦੀ ਯਾਦ ਤੋਂ, ਕਿਉਂਕਿ ਸਾਡੀ ਜੋ ਬੁੱਧੀ ਹੈ ਉਸ ਸਮੇਂ ਬਹੁਤ ਜਲਦੀ ਗ੍ਰਹਿਣ ਕਰਦੀ ਹੈ, ਸਾਡੀ ਗ੍ਰਹਿਣ ਸ਼ਕਤੀ ਵੱਧ ਹੁੰਦੀ ਹੈ ਉਸ ਸਮੇਂ। ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਦੀਦੀ। ਅੱਜ ਤੁਸੀਂ ਬਹੁਤ ਚੰਗੀ ਤਰ੍ਹਾਂ ਸਾਨੂੰ ਦੱਸਿਆ ਕਿ ਕਿਸ ਟਾਈਮ ਅਸੀਂ ਰਾਜਯੋਗ ਅਭਿਆਸ ਕਰ ਸਕਦੇ ਹਾਂ। ਸਤਿ ਸ਼੍ਰੀ ਅਕਾਲ ਦੀਦੀ, ਓਮ ਸ਼ਾਂਤੀ। ਸਤਿ ਸ਼੍ਰੀ ਅਕਾਲ ਜੀ। ਦੋਸਤੋ, ਅੱਜ ਅਸੀਂ ਜਾਣਿਆ ਕਿ ਸਾਡਾ ਮਨ ਦੇ ਉੱਪਰ, ਬੁੱਧੀ ਦੇ ਉੱਪਰ ਇੱਕ ਰਾਜਯੋਗ ਦਾ ਕਿੰਨਾ ਜ਼ਿਆਦਾ ਚੰਗਾ ਇਫੈਕਟ ਹੈ। ਅਗਰ ਅਸੀਂ ਰਾਜਯੋਗ ਦਾ ਅਭਿਆਸ ਕਰਾਂਗੇ ਤਾਂ ਇਸ ਦੇ ਨਾਲ ਸਾਡੀ ਬੁੱਧੀ ਇੱਕਦਮ ਕਲੀਅਰ ਰਹਿ ਸਕਦੀ ਹੈ ਔਰ ਸਾਡੇ ਅੰਦਰ ਸਾਰੀਆਂ ਸ਼ਕਤੀਆਂ ਭਰ ਸਕਦੀਆਂ ਨੇ। ਅਗਲੇ ਐਪੀਸੋਡ ਦੇ ਵਿੱਚ ਇਸ ਦੇ ਬਾਰੇ ਹੋਰ ਗੰਭੀਰਤਾ ਨਾਲ ਜਾਣਾਂਗੇ। ਤਦ ਤੱਕ ਦੇ ਲਈ ਓਮ ਸ਼ਾਂਤੀ, ਸਤਿ ਸ੍ਰੀ ਅਕਾਲ।